ਨਿੱਕੀਆਂ ਜਿੰਦਾਂ ਵੱਡੇ ਸਾਕੇ। ਇਸ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਕੁਝ ਨਵੇਂ ਸ਼ਬਦ। ਪਹਿਲਾ ਹੈ ਖੇਰੂ ਖੇਰੂ, ਦੂਸਰਾ ਹੈ ਕਹਿਰ, ਤੀਸਰਾ ਹੈ ਡਾਢੀ, ਚੌਥਾ ਹੈ ਗੱਦਾਰੀ, ਪੰਜਵਾਂ ਹੈ ਦ੍ਰਿੜਤਾ। ਇਹਨਾਂ ਦਾ ਕੀ ਮਤਲਬ ਹੈ ਤੁਹਾਨੂੰ ਮੈਂ ਪਾਠ ਜਦੋਂ ਪੜ੍ਹ ਰਹੀ ਹੋਵਾਂਗੀ ਉਸ ਦੇ ਨਾਲ ਨਾਲ ਸਮਝਾ ਦੇਵਾਂਗੀ। ਚਲੋ ਹੁਣ ਅਸੀਂ ਇਸ ਪਾਠ ਦਾ ਮਤਲਬ ਸਮਝਦੇ ਹਾਂ। ਪਹਿਲੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਮਤਲਬ ਜਾਨ ਛੋਟੀ ਸੀ ਲੇਕਿਨ ਪਰ ਜੋ ਉਹਨਾਂ ਨੇ ਕੰਮ ਕੀਤੇ ਉਹ ਵੱਡੇ ਹੈ। ਨਿੱਕੀਆਂ ਜਿੰਦਾਂ ਵੱਡੇ ਸਾਕੇ ਪਾਠ ਦਾ ਨਾਮ। ਹੁਣ ਸਾਕਾ ਕੀ ਹੈ? ਸ਼ਬਦ ਸਾਕਾ ਇੱਕ ਸ਼ਬਦ ਹੈ ਜਿਸ ਵਿੱਚ ਪਤਾ ਲੱਗਦਾ ਹੈ ਕਿ ਕੋਈ ਇੱਕ ਦੁਖਦਾਈ ਘਟਨਾ ਹੈ ਜਿਹੜੀ ਕਿ ਪਹਿਲੇ ਹੋਈ ਸੀ ਅਤੇ ਉਹ ਦੁਖਦਾਈ ਘਟਨਾ ਇਤਿਹਾਸ ਜਾਂ ਧਰਮ ਦੇ ਨਾਲ ਜੁੜੀ ਹੁੰਦੀ ਹੈ। ਠੀਕ ਹੈ, ਉਸਨੂੰ ਬੋਲਦੇ ਹੈ ਸਾਕਾ। ਚਲੋ ਪੜ੍ਹਦੇ ਹਾਂ। ਸਰਸਾ ਨਦੀ ਦੇ ਕੰਢੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ। ਇਸ ਪਾਠ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਅਤੇ ਉਹਨਾਂ ਦੇ 2 ਬੱਚਿਆਂ ਬਾਰੇ ਦੱਸਿਆ ਹੈ। ਅਤੇ ਇਹ ਗੱਲ ਕਦੋਂ ਦੀ ਹੈ? ਸਰਸਾ ਨਦੀ ਦੇ ਕੰਢੇ ਦੀ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ। ਠੀਕ ਹੈ, ਅੱਗੇ ਪੜ੍ਹਦੇ ਹਾਂ। ਵੱਡੇ ਸਾਹਿਬਜ਼ਾਦੇ ਅਤੇ ਸਿੰਘਾਂ ਦੀ ਫੌਜ ਗੁਰੂ ਜੀ ਦੇ ਨਾਲ ਸੀ। ਜਦੋਂ ਉਹ ਸਰਸਾ ਨਦੀ ਦੇ ਕੰਢੇ ਸੀ ਉਹਨਾਂ ਦੇ ਨਾਲ ਸਾਹਿਬਜ਼ਾਦੇ ਅਤੇ ਸਿੰਘਾਂ ਦੀ ਫੌਜ ਨਾਲ ਸੀ। ਹਨੇਰੀ ਰਾਤ ਅਤੇ ਕਹਿਰ ਦੀ ਸਰਦੀ ਸੀ, ਬਹੁਤ ਜ਼ਿਆਦਾ ਸਰਦੀ ਸੀ ਅਤੇ ਜਿਹੜੀ ਰਾਤ ਸੀ ਉਹ ਵੀ ਬਹੁਤ ਹਨੇਰੀ ਸੀ, ਬਹੁਤ ਹਨੇਰਾ ਸੀ ਉਸ ਦਿਨ, ਉਸ ਰਾਤ। ਛੋਟੇ ਸਾਹਿਬਜ਼ਾਦੇ ਜ਼ੋਰਾਵਰ ਅਤੇ ਫਤਿਹ ਸਿੰਘ ਆਪਣੀ ਦਾਦੀ ਮਾਤਾ ਗੁਜਰੀ ਦੇ ਨਾਲ ਸਨ। ਅਤੇ ਜਿਹੜੇ ਛੋਟੇ ਸਾਹਿਬਜ਼ਾਦੇ ਉਹਨਾਂ ਦਾ ਨਾਂ ਸੀ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ। ਉਹ ਆਪਣੀ ਦਾਦੀ ਦੇ ਨਾਲ ਸਨ ਅਤੇ ਮਾਤਾ ਗੁਜਰੀ ਦੇ ਨਾਲ ਸਨ। ਖੇਰੂ ਖੇਰੂ ਹੋਣਾ ਮਤਲਬ ਖੇਰੂ ਖੇਰੂ ਦਾ ਮਤਲਬ ਹੁੰਦਾ ਹੈ ਅਲੱਗ ਅਲੱਗ ਹੋਣਾ, ਬਿਖਰ ਜਾਣਾ। ਕਹਿਰ ਮਤਲਬ ਬਹੁਤ ਜ਼ਿਆਦਾ ਮੁਸੀਬਤ, ਜ਼ੁਲਮ। ਠੀਕ ਹੈ, ਗੰਗੂ ਰਸੋਈਆ ਉਹਨਾਂ ਨੂੰ ਆਪਣੇ ਨਾਲ ਆਪਣੇ ਪਿੰਡ ਲੈ ਗਿਆ। ਫਿਰ ਜਦੋਂ ਜ਼ੋਰਾਵਰ ਅਤੇ ਫਤਿਹ ਸਿੰਘ ਜੀ ਨੂੰ ਜਿਹੜਾ ਗੰਗੂ ਰਸੋਈਆ ਸੀ ਉਹ ਆਪਣੇ ਪਿੰਡ ਲੈ ਗਿਆ। ਉੱਧਰ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਗੁਰੂ ਤੇ ਉਹਨਾਂ ਦੇ ਪਰਿਵਾਰ ਨੂੰ ਫੜ ਲਿਆਉਣ ਲਈ ਇਨਾਮ ਰੱਖੇ ਹੋਏ ਸਨ ਅਤੇ ਨਵਾਬ ਵਜ਼ੀਰ ਖਾਨ ਨੇ ਗੁਰੂ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਮਤਲਬ ਗੁਰੂ ਗੋਬਿੰਦ ਸਿੰਘ ਜੀ ਨੂੰ ਅਤੇ ਜ਼ੋਰਾਵਰ ਸਿੰਘ, ਫਤਿਹ ਸਿੰਘ, ਮਾਤਾ ਗੁਜਰੀ ਦੇ ਨੂੰ ਫੜ ਕੇ ਲਿਆਉਣ ਲਈ ਉਹਨਾਂ ਨੇ ਇਨਾਮ ਰੱਖੇ ਹੋਏ ਸਨ। ਅੱਗੇ ਪੜ੍ਹਦੇ ਹਾਂ। ਇਨਾਮ ਦੇ ਨਾਲ ਲਾਲਚ ਵਿੱਚ ਆ ਕੇ ਗੰਗੂ ਰਸੋਈਏ ਨੇ ਗੱਦਾਰੀ ਕਰਦੇ ਹੋਏ ਨਵਾਬ ਨੂੰ ਖਬਰ ਭਿਜਵਾ ਕੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ। ਜਦੋਂ ਨਵਾਬ ਵਜ਼ੀਰ ਖਾਂ ਗੰਗੂ ਰਸੋਈਏ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਸ ਨੇ ਕੀ ਕੀਤਾ, ਉਸਨੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਤਾਂ ਕਿ ਉਸਨੂੰ ਇਨਾਮ ਮਿਲ ਸਕੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਲ੍ਹੇ ਦੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਜਦੋਂ ਉਹਨਾਂ ਨੂੰ ਨਵਾਬ ਵਜ਼ੀਰ ਖਾਂ ਨੇ ਕੈਦ ਕਰ ਲਿਆ, ਜਦੋਂ ਗੰਗੂ ਰਸੋਈਆ ਉਹਨਾਂ ਨੂੰ ਨਵਾਬ ਵਜ਼ੀਰ ਖਾਂ ਕੋਲ ਲੈ ਗਿਆ ਅਤੇ ਉਹਨਾਂ ਨੂੰ ਕੈਦ ਕਰ ਲਿਆ ਗਿਆ, ਉਸ ਤੋਂ ਬਾਅਦ ਵਜ਼ੀਰ ਖਾਂ ਨੇ ਉਹਨਾਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਲਿੱਤਾ। ਠੰਡੀ ਗੁਫਾ ਬੋਲ ਸਕਦੇ ਹੋ ਤੁਸੀਂ। ਦਸੰਬਰ ਮਹੀਨੇ ਦੀ ਡਾਢੀ ਸਰਦੀ ਸੀ ਪਰ ਸਾਹਿਬਜ਼ਾਦੇ ਘਬਰਾਏ ਨਹੀਂ। ਮਤਲਬ ਉੱਥੇ ਬਹੁਤ ਜ਼ਿਆਦਾ ਠੰਡ ਸੀ ਜਿਸ ਕਾਰਨ ਉਹ ਘਬਰਾਏ ਨਹੀਂ। ਮਾਤਾ ਗੁਜਰੀ ਜੀ ਉਹਨਾਂ ਨੂੰ ਜ਼ੁਲਮ ਨਾਲ ਦ੍ਰਿੜਤਾ ਨਾਲ ਟਾਕਰਾ ਕਰਨ ਦੀ ਸਿੱਖਿਆ ਦਿੰਦੇ ਰਹੇ ਅਤੇ ਮਾਤਾ ਗੁਜਰੀ ਜੋ ਕਿ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਦੇ ਮਾਤਾ ਸਨ, ਉਹਨਾਂ ਨੇ ਕੀ ਸਲਾਹ ਦਿੱਤੀ? ਸਿਰਫ ਉਹਨਾਂ ਨੂੰ ਹਿੰਮਤ ਅਤੇ
ਪੱਕਾ ਇਰਾਦਾ ਕਰਦੇ ਹੋਏ ਸਲਾਹ ਦਿੱਤੀ ਕਿ ਤੁਸੀਂ ਹਾਰਨਾ ਨਹੀਂ ਹੈ। ਅੱਗੇ ਪੜ੍ਹਦੇ ਹਾਂ। ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਫਿਰ ਜਦੋਂ ਉਹਨਾਂ ਨੂੰ ਕੈਦ ਕਰ ਲਿਆ ਗਿਆ ਸੀ ਅਤੇ ਅਗਲੇ ਦਿਨ ਨਵਾਬ ਵਜ਼ੀਰ ਖਾਂ ਉਹਨਾਂ ਨੂੰ ਸਰਹੰਦ ਲੈ ਕੇ ਆਏ ਸਨ। ਫਿਰ ਉਸੇ ਦੀ ਕਚਹਿਰੀ ਵਿੱਚ, ਉਸੇ ਸ਼ਹਿਰ ਜਾਂ ਉਸੇ ਪਿੰਡ ਦੀ ਕਚਹਿਰੀ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ। ਦੋਵੇਂ ਸਾਹਿਬਜ਼ਾਦਿਆਂ ਦੇ ਕਚਹਿਰੀ 'ਤੇ ਚਿਹਰਿਆਂ 'ਤੇ ਕੋਈ ਉਦਾਸੀ ਜਾਂ ਡਰ ਦੇ ਭਾਵ ਨਹੀਂ ਸਨ। ਉਹਨਾਂ ਦੇ ਚਿਹਰਿਆਂ 'ਤੇ ਨੂਰ ਝਲਕ ਰਿਹਾ ਸੀ। ਭਾਵੇਂ ਉਹ ਦੋਨੋਂ ਹੀ ਕੈਦ ਸਨ, ਪਰ ਫਿਰ ਵੀ ਉਹਨਾਂ ਦੇ ਚਿਹਰੇ 'ਤੇ ਨੂਰ ਸੀ, ਮਤਲਬ ਬਹੁਤ ਖੁਸ਼ਹਾਲੀ ਸੀ, ਚਮਕ ਸੀ। ਨਵਾਬ ਨੇ ਕਿਹਾ, ਤੁਹਾਡੇ ਪਿਤਾ, ਭਰਾ ਅਤੇ ਹੋਰ ਸਿੰਘ ਸਾਰੇ ਮਾਰੇ ਜਾ ਚੁੱਕੇ ਹਨ। ਤੁਸੀਂ ਹੁਣ ਬਿਲਕੁਲ ਇਕੱਲੇ ਹੋ। ਤੁਹਾਡਾ ਕੋਈ ਆਸਰਾ ਨਹੀਂ ਹੈ। ਤੁਸੀਂ ਮੁਸਲਮਾਨ ਹੋ ਜਾਵੋ, ਤੁਹਾਨੂੰ ਹਰ ਤਰ੍ਹਾਂ ਦੇ ਸੁੱਖ ਦਿੱਤੇ ਜਾਣਗੇ। ਅਤੇ ਉਹਨਾਂ ਨੂੰ ਇੱਕ ਉਹਨਾਂ ਦੇ ਫਾਇਦੇ ਦੀ ਗੱਲ ਦੱਸੀ ਕਿ ਨਵਾਬ ਨੇ ਕਿ ਤੁਸੀਂ ਮੁਸਲਮਾਨ ਹੋ ਜਾਵੋ, ਕਿਉਂਕਿ ਉਹਨਾਂ ਦੇ ਸਾਰੇ ਭਰਾ ਜਿੰਨੇ ਵੀ ਉਹਨਾਂ ਦੇ ਨਾਲ ਸੈਨਿਕ ਗਏ ਸਨ ਉਹ ਸਭ ਮਰ ਚੁੱਕੇ ਸਨ। ਉਹ ਬਿਲਕੁਲ ਇਕੱਲੇ ਹਨ, ਉਹਨਾਂ ਦਾ ਕੋਈ ਵੀ ਸਹਾਰਾ ਨਹੀਂ ਹੈ। ਇਸ ਕਰਕੇ ਤੁਸੀਂ ਮੁਸਲਮਾਨ ਹੋ ਜਾਵੋ, ਤੁਹਾਨੂੰ ਸਾਰੇ ਸੁੱਖ ਦਿੱਤੇ ਜਾਣਗੇ। ਸਾਹਿਬਜ਼ਾਦੇ ਅੱਗੇ ਬੋਲੇ, ਸਾਨੂੰ ਆਪਣਾ ਧਰਮ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਹੈ। ਅਤੇ ਦੋਨੋਂ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਬੋਲੇ ਨਵਾਬ ਵਜ਼ੀਰ ਖਾਂ ਨੂੰ ਕਿ ਸਾਨੂੰ ਆਪਣਾ ਜਿਹੜਾ ਧਰਮ ਹੈ ਉਹ ਬਹੁਤ ਪਿਆਰਾ ਹੈ, ਅਸੀਂ ਇਸ ਨੂੰ ਨਹੀਂ ਬਦਲਣਾ। ਸਾਰੇ ਹੈਰਾਨ ਸਨ ਕਿ ਇੰਨੀ ਛੋਟੀ ਉਮਰ ਵਿੱਚ ਹੀ ਇਹ ਧਰਮ ਦੇ ਇੰਨੇ ਪੱਕੇ ਹਨ, ਇੰਨੇ ਨਿਡਰ ਹਨ। ਸਾਰੇ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਹੈਰਾਨ ਵੀ ਹੋਏ ਕਿ ਇੰਨੀ ਛੋਟੀ ਉਮਰ ਵਿੱਚ ਹੀ ਉਹ ਬਹੁਤ ਆਪਣੇ ਇਰਾਦਿਆਂ ਦੇ ਪੱਕੇ ਹਨ ਅਤੇ ਨਿਡਰ ਵੀ ਹਨ। ਨਵਾਬ ਨੇ ਪੁੱਛਿਆ, ਜੇ ਅਸੀਂ ਤੁਹਾਨੂੰ ਛੱਡ ਦੇਈਏ ਤਾਂ ਤੁਸੀਂ ਕੀ ਕਰੋਗੇ? ਫਿਰ ਨਵਾਬ ਵਜ਼ੀਰ ਖਾਂ ਨੇ ਉਹਨਾਂ ਦੋਨਾਂ ਨੂੰ ਪੁੱਛਿਆ ਕਿ ਜੇ ਮੈਂ ਤੁਹਾਨੂੰ ਛੱਡ ਦੇਵਾਂਗਾ ਤੁਸੀਂ ਕੀ ਕਰੋਗੇ? ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ, ਅਸੀਂ ਜਾ ਕੇ ਸਿੰਘਾਂ ਨੂੰ ਇਕੱਤਰ ਕਰਾਂਗੇ ਅਤੇ ਤੁਹਾਡੇ ਜ਼ੁਲਮ ਦੇ ਖਾਤਮੇ ਲਈ ਜੰਗ ਕਰਾਂਗੇ। ਫਿਰ ਸਾਹਿਬਜ਼ਾਦੇ ਉੱਥੇ ਵੀ ਆਪਣੀ ਹਿੰਮਤ ਹਾਰੇ ਨਹੀਂ। ਉਹਨਾਂ ਦੇ ਸਾਹਮਣੇ ਹੀ ਕਿਹਾ, ਉਹਨਾਂ ਨੇ ਕਿ ਨਵਾਬ ਵਜ਼ੀਰ ਖਾਂ ਦੇ ਸਾਹਮਣੇ ਹੀ ਕਿਹਾ ਕਿ ਅਸੀਂ ਸਾਰੇ ਸਿੰਘਾਂ ਨੂੰ ਇਕੱਠਾ ਕਰਾਂਗੇ ਅਤੇ ਤੁਹਾਡੇ ਕੀਤੇ ਜ਼ੁਲਮ ਦਾ ਖਾਤਮਾ ਕਰਾਂਗੇ, ਤੁਹਾਡੇ ਨਾਲ ਜੰਗ ਕਰਾਂਗੇ। ਨਵਾਬ ਨੇ ਫਿਰ ਸਵਾਲ ਕੀਤਾ, ਜੇ ਤੁਸੀਂ ਹਾਰ ਗਏ ਫਿਰ ਕੀ ਕਰੋਗੇ? ਉਹਨਾਂ ਜਵਾਬ ਦਿੱਤਾ, ਹਾਰ ਸਾਡੇ ਜੀਵਨ ਵਿੱਚ ਲਿਖੀ ਹੀ ਨਹੀਂ। ਅਸੀਂ ਤੁਹਾਡੇ ਨਾਲ ਉਦੋਂ ਤੱਕ ਜੰਗ ਕਰਦੇ ਰਹਾਂਗੇ ਜਦੋਂ ਤੱਕ ਜ਼ੁਲਮ ਨੂੰ ਖ਼ਤਮ ਨਹੀਂ ਕਰ ਲੈਂਦੇ ਜਾਂ ਅਸੀਂ ਸ਼ਹੀਦ ਨਾ ਹੋ ਜਾਂਦੇ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਹਾਰਾਂਗੇ ਨਹੀਂ, ਅਸੀਂ ਜਿੱਤਾਂਗੇ ਹੀ। ਜੇ ਅਸੀਂ ਜਿੱਤ ਨਾ ਪਾਏ ਤਾਂ ਅਸੀਂ ਸ਼ਹੀਦ ਹੋ ਜਾਵਾਂਗੇ, ਪਰ ਹਾਰ ਕਦੀ ਨਹੀਂ ਮੰਨਾਂਗੇ। ਇਸ ਤੋਂ ਅੱਗੇ ਪੜ੍ਹਦੇ ਹਾਂ। ਸੂਬਾ ਸਰਹੰਦ ਇੰਨੀ ਛੋਟੀ ਉਮਰ ਦੇ ਬੱਚਿਆਂ ਕੋਲੋਂ ਇਹੋ ਜਿਹੀਆਂ ਦਲੇਰੀ ਭਰੀਆਂ ਗੱਲਾਂ ਸੁਣ ਕੇ ਹੈਰਾਨ ਵੀ ਹੋਇਆ ਅਤੇ ਗੁੱਸੇ ਵੀ। ਅਤੇ ਸੂਬਾ ਸਰਹੰਦ ਮਤਲਬ ਨਵਾਬ ਵਜ਼ੀਰ ਖਾਂ ਉਹਨਾਂ ਛੋਟੇ ਬੱਚਿਆਂ ਦੀ ਗੱਲ ਸੁਣ ਕੇ ਹੈਰਾਨ ਵੀ ਹੋਇਆ ਅਤੇ ਗੁੱਸੇ ਵਿੱਚ ਵੀ ਆ ਗਿਆ। ਤੀਜੇ ਦਿਨ ਫਿਰ ਕਚਹਿਰੀ ਲੱਗੀ ਅਤੇ ਸਾਹਿਬਜ਼ਾਦਿਆਂ ਨੂੰ ਬੁਲਾਇਆ ਗਿਆ। ਅੱਜ ਮੁਗਲ ਸਿਪਾਹੀਆਂ ਨੇ ਕਚਹਿਰੀ ਦਾ ਵੱਡਾ ਦਰਵਾਜ਼ਾ ਨਾ ਖੋਲ੍ਹਿਆ ਅਤੇ ਦੂਸਰੇ ਦਿਨ ਵੀ ਉਹਨਾਂ ਨੂੰ ਬੁਲਾਇਆ ਗਿਆ, ਤੀਸਰੇ ਦਿਨ ਵੀ ਉਹਨਾਂ ਨੂੰ ਬੁਲਾਇਆ ਗਿਆ, ਪਰ ਤੀਸਰੇ ਦਿਨ ਜਿਹੜੇ ਸਿਪਾਹੀ ਸੀ ਉਹਨਾਂ ਨੇ ਕਚਹਿਰੀ ਦਾ ਵੱਡਾ ਦਰਵਾਜ਼ਾ ਨਾ ਖੋਲ੍ਹਿਆ। ਲੰਘਣ ਵਾਸਤੇ ਛੋਟੇ ਦਰਵਾਜ਼ਾ ਹੀ ਖੋਲ੍ਹਿਆ ਗਿਆ ਤਾਂ ਜੋ ਲੰਘਣ ਸਮੇਂ ਸਾਹਿਬਜ਼ਾਦੇ ਸਿਰ ਝੁਕਾ ਕੇ ਦਰਵਾਜ਼ੇ ਤੋਂ ਨਿਕਲਣ। ਉਹਨਾਂ ਸੋਚਿਆ ਇਸ ਤਰ੍ਹਾਂ ਉਹ ਆਪਣਾ ਸੀਸ ਨਿਵਾ ਕੇ ਵਜ਼ੀਰ ਦੇ ਦਰਬਾਰ ਵਿੱਚ ਆਉਣਗੇ। ਫਿਰ ਉਹਨਾਂ ਨੇ ਕਚਹਿਰੀ ਦਾ ਵੱਡਾ ਦਰਵਾਜ਼ਾ ਨਾ ਖੋਲ੍ਹਿਆ, ਜਿਸ ਕਾਰਨ ਉਹਨਾਂ ਨੂੰ ਲੱਗਾ ਕਿ ਜਦੋਂ ਸਾਹਿਬਜ਼ਾਦੇ ਆਉਣਗੇ ਤਾਂ ਉਹ ਆਪਣਾ ਜਿਹੜਾ ਸਰੀਰ ਹੈ ਉਸਨੂੰ ਥੋੜ੍ਹਾ ਝੁਕਾ ਕੇ ਆਉਣਗੇ। ਪਰ ਸਾਹਿਬਜ਼ਾਦਿਆਂ ਨੇ ਐਸਾ ਨਾ ਕੀਤਾ। ਉਹਨਾਂ ਦੇ ਦਰਵਾਜ਼ੇ ਤੋਂ ਨਿਕਲਣ ਸਮੇਂ ਪਹਿਲਾਂ ਆਪਣੇ ਪੈਰ 'ਚ ਪਾਈ ਜੁੱਤੀ ਅੱਗੇ ਕੀਤੀ ਅਤੇ ਫਿਰ ਬਾਕੀ ਸਰੀਰ। ਅਤੇ ਜਿੱਦਾਂ ਉਹ ਚਾਹੁੰਦੇ ਸਨ ਕਿ ਉਹ ਝੁਕ ਕੇ ਆਉਣ, ਤਾਂ ਸਾਹਿਬਜ਼ਾਦਿਆਂ ਨੇ ਇਸ ਤਰ੍ਹਾਂ ਨਹੀਂ ਕੀਤਾ। ਉਹਨਾਂ ਨੇ ਬਹੁਤ ਹੁਸ਼ਿਆਰੀ ਨਾਲ ਆਪਣੇ ਆਪ ਨੂੰ ਝੁਕਾਇਆ ਨਹੀਂ ਅਤੇ ਅੰਦਰ ਵੀ ਆ ਗਏ। ਸਾਹਿਬਜ਼ਾਦਿਆਂ ਦੀ ਸੂਝ ਬੂਝ ਵੇਖ ਕੇ ਸਭ ਹੈਰਾਨ ਹੋ ਗਏ।
ਉਹਨਾਂ ਨੇ ਆਪਣਾ ਸੀਸ ਵੀ ਥੱਲੇ ਨਿਵਾ ਕੇ ਨਹੀਂ ਆਏ ਅਤੇ ਅੰਦਰ ਵੀ ਆ ਗਏ। ਵਜ਼ੀਰ ਖਾਂ ਗੁੱਸੇ ਵਿੱਚ ਲੋਹਾ ਲਾਖਾ ਹੋ ਗਿਆ। ਲੋਹਾ ਲਾਖਾ ਹੋਣਾ ਮਤਲਬ ਬਹੁਤ ਗੁੱਸੇ ਹੋਣਾ। ਵਜ਼ੀਰ ਖਾਂ ਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ। ਉਸਨੇ ਕਾਜ਼ੀ ਕੋਲੋਂ ਫਤਵਾ ਲਗਵਾ ਕੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਹੀ ਦੀਵਾਰਾਂ ਵਿੱਚ ਚਿਣ ਦੇਣ ਦਾ ਹੁਕਮ ਦਿੱਤਾ। ਫਤਵਾ ਲਗਾਉਣਾ ਮਤਲਬ ਫਤਵਾ ਹੁੰਦਾ ਹੈ ਬੇਟਾ ਫੈਸਲਾ। ਉਹਨਾਂ ਨੇ ਫੈਸਲਾ ਕੀਤਾ ਕਿ ਸਾਹਿਬਜ਼ਾਦਿਆਂ ਨੂੰ ਜਿਉਂਦੇ ਹੀ ਦੀਵਾਰਾਂ ਵਿੱਚ ਚਿਣ ਦਿੱਤਾ ਜਾਏਗਾ, ਮਤਲਬ ਉਹਨਾਂ ਨੂੰ ਦੀਵਾਰਾਂ ਵਿੱਚ ਹੀ ਬੰਦ ਕਰ ਦਿੱਤਾ ਜਾਵੇਗਾ। ਅੱਗੇ ਪੜ੍ਹਦੇ ਹਾਂ। ਕੋਲ ਬੈਠੇ ਮਲੇਰਕੋਟਲੇ ਦੇ ਨਵਾਬ ਨੇ ਕਿਹਾ, ਜਨਾਬ ਸਾਨੂੰ ਇਹਨਾਂ ਬੱਚਿਆਂ ਨੂੰ ਵੈਰ ਨਹੀਂ ਕਮਾਉਣਾ ਚਾਹੀਦਾ, ਸਾਡੀ ਲੜਾਈ ਇਹਨਾਂ ਦੇ ਪਿਤਾ ਨਾਲ ਹੈ। ਅਤੇ ਕੋਲ ਬੈਠੇ ਇੱਕ ਮਲੇਰਕੋਟਲੇ ਨੇ ਨਵਾਬ ਨੂੰ ਸਮਝਾਇਆ ਕਿ ਜਨਾਬ ਸਾਨੂੰ ਇਹਨਾਂ ਨਾਲ ਵੈਰ ਨਹੀਂ ਪਾਉਣਾ ਚਾਹੀਦਾ, ਸਾਡੀ ਜਿਹੜੀ ਦੁਸ਼ਮਣੀ ਹੈ ਇਹਨਾਂ ਦੇ ਪਿਤਾ ਨਾਲ ਹੈ, ਬੱਚਿਆਂ ਨੂੰ ਸਾਨੂੰ ਕੁਛ ਨਹੀਂ ਕਰਨਾ ਚਾਹੀਦਾ। ਅੱਗੇ ਪੜ੍ਹਦੇ ਹਾਂ ਕੀ ਹੋਇਆ। ਪਰ ਸੂਬਾ ਸਰਹੰਦ ਨੇ ਕਿਸੇ ਦੀ ਇੱਕ ਨਾ ਮੰਨੀ। ਦੋਵੇਂ ਸਾਹਿਬਜ਼ਾਦਿਆਂ ਦੇ ਚਿਹਰੇ ਗੁਲਾਬ ਦੇ ਫੁੱਲ ਵਾਂਗ ਖਿੜੇ ਹੋਏ ਸਨ। ਜਿਹੜਾ ਵੀ ਉਹਨਾਂ ਨੂੰ ਵੇਖਦਾ ਸੀ ਉਸ ਦਾ ਮਨ ਰੋ ਰਿਹਾ ਸੀ। ਕੋਈ ਡਰਦਾ ਇਹ ਵੀ ਨਹੀਂ ਸੀ ਕਹਿ ਸਕਦਾ ਕਿ ਸੂਬਾ ਸਰਹੰਦ ਦੇ ਦਿਮਾਗ ਨੂੰ ਕੀ ਹੋ ਗਿਆ ਹੈ ਜੋ ਇਹਨਾਂ ਮਾਸੂਮ ਜਿੰਦਾਂ ਨੂੰ ਮਾਰਨ 'ਤੇ ਤੁਲਿਆ ਹੋਇਆ ਹੈ। ਸਾਰੇ ਉਸਦੇ ਕਹਿਰ ਤੋਂ ਡਰਦੇ ਸਨ ਅਤੇ ਮਲੇਰਕੋਟਲੇ ਦੇ ਸੁਝਾਅ ਨੂੰ ਵੀ ਉਹਨਾਂ ਨੇ ਨਹੀਂ ਮੰਨਿਆ ਅਤੇ ਆਪਣੇ ਦਿਲ ਦੀ ਕੀਤੀ। ਦੋਵੇਂ ਸਾਹਿਬਜ਼ਾਦਿਆਂ ਨੂੰ ਦੇ ਚਿਹਰੇ ਇੰਨੇ ਖਿੜ ਰਹੇ ਸਨ ਗੁਲਾਬ ਵਾਂਗ ਕਿ ਸਭ ਨੂੰ ਉਹਨਾਂ 'ਤੇ ਦਇਆ ਆ ਰਹੀ ਸੀ ਅਤੇ ਪਰ ਕੋਈ ਵੀ ਸੂਬਾ ਸਰਹੰਦ ਨੂੰ ਇਹ ਨਹੀਂ ਕਹਿ ਪਾ ਰਿਹਾ ਸੀ ਕਿ ਉਹਨਾਂ ਨੂੰ ਨਾ ਚਿਣਾਓ, ਕਿਉਂਕਿ ਉਹ ਸਾਰੇ ਉਸਦੇ ਕਹਿਰ ਤੋਂ ਬਹੁਤ ਡਰਦੇ ਸਨ। ਉਸਨੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਹੀ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਸਾਹਿਬਜ਼ਾਦੇ ਬੁਲੰਦ ਆਵਾਜ਼ ਵਿੱਚ ਬੋਲੇ, ਸੋਨੇਹਾਲ, ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲਗਾਉਂਦੇ ਹੋਏ ਸ਼ਹੀਦ ਹੋ ਗਏ। ਉਸ ਸਮੇਂ ਵੱਡੇ ਸਾਹਿਬਜ਼ਾਦੇ ਦੀ ਉਮਰ 9 ਸਾਲ ਅਤੇ ਛੋਟੇ ਸਾਹਿਬਜ਼ਾਦੇ ਦੀ ਉਮਰ ਕੇਵਲ 7 ਸਾਲ ਦੀ ਸੀ। ਦਾਦੀ ਦੀ ਸਿੱਖਿਆ ਅਤੇ ਗੁਰੂ ਪਿਤਾ ਜੀ ਦੀ ਅਸੀਸ ਸਦਕਾ ਉਹ ਹੱਸਦੇ ਹੋਏ ਸ਼ਹੀਦ ਹੋ ਗਏ। ਇਹ ਸੀ ਬੇਟਾ ਤੁਹਾਡਾ ਪਾਠ